ਜਗਬਾਣੀ ਟੀਵੀ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਕੈਨੇਡਾ ਤੋਂ ਦਲਵੀਰ ਜੱਲੋਵਾਲੀ ਵੱਲੋਂ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਗੀਤਕਾਰ ਗਾਇਕਾ ਤੇ ਅਦਾਕਾਰਾ ਕਵਲੀਨ ਦੇ ਨਾਲ, ਜਿਨ੍ਹਾਂ ਦੀ ਆਵਾਜ਼ ਬੜੀ ਮਿੱਠੀ ਆ। ਸੋ ਇਹਨਾਂ ਨਾਲ ਗੱਲਬਾਤ ਕਰਦੇ ਇਹਨਾਂ ਦੇ ਗਾਇਕੀ ਖੇਤਰ ਦੀ, ਗੀਤਕਾਰੀ ਤੇ ਅਦਾਕਾਰੀ ਖੇਤਰ ਦੀ। ਸਭ ਤੋਂ ਪਹਿਲਾਂ ਕਵਲੀਨ ਜੀ, ਜਗਬਾਣੀ ਟੀਵੀ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਥੈਂਕ ਯੂ ਸੋ ਮਚ। ਇਹ ਤਾਂ ਮੇਰਾ ਬਹੁਤ ਹੀ ਇੱਕ ਲੱਕ ਕਹਿ ਲਓ ਹੈ ਨਾ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੈਂ ਤੁਹਾਡੇ ਰੂਬਰੂ ਹੋਈ ਹਾਂ। ਸੋ ਮੇਰੇ ਲਈ ਬਹੁਤ ਭਾਗਾ ਭਰਿਆ ਦਿਨ ਹੈ। ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਹਾਡਾ ਨਾਮ ਹੀ ਬੜਾ ਯੂਨੀਕ ਆ, ਕਵਲੀਨ। ਹਾਂਜੀ, ਕਵਲੀਨ ਦੇ ਨਾਲ ਪਹਿਲਾਂ ਤੁਸੀਂ ਰਿਹਾਨ ਲਿਖਦੇ ਸੀਗੇ। ਮੈਨੂੰ ਇਹ ਦੱਸਿਆ ਜਾਵੇ ਵੀ ਕਿਉਂਕਿ ਅਕਸਰ ਗਾਇਕੀ ਖੇਤਰ ਦੇ ਵਿੱਚ ਚਾਹੇ ਪੁਰਾਣੇ ਕਲਾਕਾਰਾਂ ਦੀ ਆਪਾਂ ਗੱਲ ਕਰੀਏ, ਉਹ ਇਸ ਖੇਤਰ ਵਿੱਚ ਆਉਣ ਤੋਂ ਪਹਿਲਾਂ ਆਪਣਾ ਨਾਮ ਚੇਂਜ ਕਰ ਲੈਂਦੇ ਨੇ। ਕਵਲੀਨ ਰਿਹਾਨ ਲਿਖਦੇ ਸੀ ਤੁਸੀਂ ਪਹਿਲਾਂ, ਤੇ ਹੁਣ ਕਵਲੀਨ ਰਹਿ ਗਿਆ। ਇਹ ਨਾਮ ਤੁਸੀਂ ਆਪ ਦਿੱਤਾ ਜਾਂ ਤੁਹਾਡਾ ਨਾਮ ਕਿਸੇ ਦੁਆਰਾ ਦਿੱਤਾ ਗਿਆ? ਐਕਚੁਅਲੀ ਇਹ ਨਾਮ ਹੈਗਾ ਹੈ ਮੇਰਾ, ਕਿਉਂਕਿ ਮੈਂ ਬੁੱਕਸ ਵਿੱਚ ਬਹੁਤ ਬਿਲੀਵ ਕਰਦੀ ਹਾਂ, ਰਾਈਟ। ਸੋ ਮੇਰਾ ਐਕਚੁਅਲ ਨਾਮ ਤਾਂ ਹੈਗਾ ਆ, ਬਟ ਇੱਕ ਮੈਨੂੰ ਬਾਅਦ ਵਿੱਚ ਸਮਝ ਆਈ ਕਿ ਰੱਬ ਵੱਲੋਂ ਕਿੱਦਾਂ ਨਾਮ ਬਣਿਆ ਸੀ, ਕਿਉਂਕਿ ਕਵਿਤਾ ਜਲੀਨ ਖੈਵਲੀਨ। ਸੋ ਮੈਨੂੰ ਬਾਅਦ ਸਮਝ ਆਈ ਕਿ ਇਹਦਾ ਮਤਲਬ ਕੀ ਆ। ਮਤਲਬ ਮੈਂ ਆਪ ਇਹਦਾ ਨਿਕਾਲਿਆ, ਬਟ ਸ਼ੁਰੂ ਵਿੱਚ ਕੁਝ ਕਹਿੰਦੇ ਸੀਗੇ ਮੈਨੂੰ ਕਿ ਜਿੱਦਾਂ ਫੈਮਿਲੀ ਮੈਂਬਰਸ ਹੋ ਗਏ ਜਿੱਦਾਂ, ਹੈ ਨਾ। ਸੋ ਹਾਂਜੀ, ਬਟ ਮੈਂ ਬਹੁਤ ਮਤਲਬ ਲੱਕੀ ਹਾਂ ਕਿ ਹਾਂ ਬਾਬਾ ਜੀ ਨੇ ਅਗਰ ਮੈਨੂੰ ਬੁੱਕਸ ਨਾਲ ਪਿਆਰ ਦਿੱਤਾ ਤੇ ਉਹਦੇ ਨਾਲ ਹੀ ਚੁਣਿੰਦਾ ਥੋੜ੍ਹੀਆਂ ਮਤਲਬ ਅਟੈਚਡ ਚੀਜ਼ਾਂ ਹੈ। ਬਾਕੀ ਰਿਹਾਨ, ਮੇਰੇ ਪਾਪਾ ਰਿਹਾਨ, ਜਿੱਦਾਂ ਆਪਾਂ ਰਾਮਗੜੀਆਂ ਦੀ ਕੁੜੀ ਹਾਂ ਮੈਂ, ਸੋ ਜੱਟਾਂ ਦੀ ਕੁੜੀ ਨੇ ਮੈਂ, ਤਾਂ ਰਿਹਾਨ ਸਾਡੀ ਸਰਨੇਮ ਹੈ। ਬਟ ਰਿਹਾਨ ਦੀ ਜਗ੍ਹਾ ਤੇ ਮੈਂ ਇਕੱਲਾ ਕੈਵਲੀਨ, ਕਿਉਂਕਿ ਇੱਕ ਈਜ਼ੀ ਟੂ ਪ੍ਰੋਨਾਊਂਸ ਹੈ, ਸੋ ਇਸ ਲਈ। ਓਕੇ, ਅੱਛਾ, ਮੈਂ ਆਪਾਂ ਗੱਲ ਕਰਦੇ ਇਸ ਖੇਤਰ ਵੱਲ ਸਬੱਬ ਕਿੱਦਾਂ ਬਣਿਆ ਜੀ? ਪਹਿਲਾਂ ਤੁਸੀਂ ਗੀਤਕਾਰੀ ਤੋਂ ਸ਼ੁਰੂ ਕੀਤਾ, ਫਿਰ ਗਾਇਕੀ ਵੱਲ ਵੀ ਤੁਹਾਡਾ ਰੁਝਾਨ ਰਿਹਾ, ਤੇ ਹੁਣ ਅੱਜ ਕੱਲ੍ਹ ਫਿਲਮਾਂ ਮਿਲ ਵੀ ਨਹੀਂ। ਸੋ ਮੈਨੂੰ ਪਹਿਲਾਂ ਇਹ ਦੱਸਿਆ ਜਾਵੇ ਵੀ ਇਹ ਰੁਝਾਨ ਜਾਂ ਇਹ ਸ਼ੌਂਕ ਕਿੱਦਾਂ ਪਾਲਿਆ? ਸਰ, ਸਭ ਤੋਂ ਪਹਿਲਾਂ ਮੈਂ ਦੱਸਾਂ ਕਿ ਰੱਬ ਵੱਲੋਂ ਫੀਲਿੰਗਸ ਤੁਹਾਨੂੰ ਹੁੰਦੀ ਹੈ ਸ਼ੁਰੂ ਤੋਂ, ਇਹ ਬਣਾਈਆਂ ਨਹੀਂ ਜਾਂਦੀਆਂ। ਆਈ ਥਿੰਕ ਫੀਲਿੰਗਸ ਹੁੰਦੀ ਹੈ ਜਿਹੜੀ ਰੱਬ ਵੱਲੋਂ ਹੁੰਦੀ ਆ ਨਾ। ਤਾਂ ਸ਼ੁਰੂ ਤੋਂ ਮੈਨੂੰ ਪੜ੍ਹਨ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ, ਤੇ ਮੇਰੇ ਮਮ ਡੈਡ ਨੂੰ ਕਦੀ ਵੀ ਇਸ ਚੀਜ਼ ਦਾ ਇੰਟਰਸਟ ਨਹੀਂ ਸੀਗਾ ਬੱਚਾ ਕਿਸ ਲਾਈਨ 'ਚ ਹੈ। ਤੇ ਮੈਨੂੰ ਇਹ ਸੀਗਾ ਮੰਮਾ ਮੈਂ ਸਿੰਗਿੰਗ ਕਰਨੀ, ਮੈਨੂੰ ਰਿਆਜ਼ ਮਤਲਬ ਮੈਨੂੰ ਸਿਖਾਓ, ਹੈ ਨਾ। ਬਟ ਦੇ ਨੈਵਰ ਅਲਾਉਡ ਮੀ, ਦੇ ਸੈਡ ਯੂ ਸ਼ੁੱਡ ਸਟੱਡੀ, ਯੂ ਸ਼ੁੱਡ ਵਰਕ ਹਾਰਡ, ਰਾਈਟ। ਬਟ ਮੈਨੂੰ ਇਹ ਸੀਗਾ ਕਿ ਨਹੀਂ, ਮੈਂ ਕੁਛ ਬਣਨਾ ਹੈ। ਬਟ ਸਟਿਲ ਸਲੋਲੀ ਜਦੋਂ ਤੁਸੀਂ ਅੱਗੇ ਐਜੂਕੇਸ਼ਨ ਮੇਰੀ ਡਬਲ ਮਾਸਟਰ ਹੈ, ਮਾਸਟਰ ਇਨ ਟੂਰਿਜ਼ਮ ਮੈਨੇਜਮੈਂਟ ਹੈ, ਫਿਰ ਮੈਂ ਕੈਨੇਡਾ ਆ ਗਈ। ਜਦੋਂ ਫਿਰ ਵੀ ਅੰਦਰ ਕੁਛ ਰਹਿੰਦਾ ਆ, ਤੇ ਫਿਰ ਮੈਂ ਜਸਵੀਰ ਸਰ ਗੁਨਾਚੋਰੀਆ ਦੇ ਜਦੋਂ ਕੰਟੈਕਟ ਵਿੱਚ ਆਈ, ਤੇ ਇਹਨਾਂ ਨੇ ਫਿਰ ਮੈਨੂੰ ਦੇਖਿਆ ਸੁਣਿਆ, ਤਾਂ ਇਹਨਾਂ ਨੇ ਹੁਣ ਸੋਚਿਆ ਕਿ ਮੈਂ ਲਾਂਚ ਕਰਦਾ ਹਾਂ। ਤੇ ਫਿਰ ਮੂਵੀਜ਼ ਮੈਨੂੰ ਰੱਬ ਵੱਲੋਂ ਹੀ ਮਿਲ ਗਈਆਂ। ਬਟ ਇਹ ਹੈ ਕਿ ਇੱਕ ਦਿਲ ਵਿੱਚ ਚਾਹ ਹੋਣਾ ਬਹੁਤ ਜ਼ਰੂਰੀ ਹੈ, ਤੁਹਾਡੀ ਜ਼ਿੱਦ ਬਹੁਤ ਜ਼ਰੂਰੀ ਹੈ ਰੱਬ ਅੱਗੇ। ਉਹ ਸਾਕਸ਼ਾਤ ਜਸਵੀਰ ਸਰ ਵਰਗੇ ਸਾਕਸ਼ਾਤ ਫਰਿਸ਼ਤੇ ਤੁਹਾਨੂੰ ਮਿਲਾ ਹੀ ਦਿੰਦਾ ਕਿਤੇ ਨਾ ਕਿਤੇ। ਕਿਉਂਕਿ ਅਕਸਰ ਜੇ ਆਪਾਂ ਮੁੰਡਿਆਂ ਦੇ ਮੁਕਾਬਲੇ ਦੇਖੀਏ, ਇਸ ਖੇਤਰ ਦੇ ਵਿੱਚ ਕੁੜੀਆਂ ਬਹੁਤ ਘੱਟ ਨੇ। ਤੇ ਪਰਿਵਾਰ ਦਾ ਕਿੱਦਾਂ ਦਾ ਰਿਸਪੌਂਸ ਰਿਹਾ ਸ਼ੁਰੂਆਤ ਦੇ ਵਿੱਚ? ਮੇਰੀ ਫੈਮਿਲੀ ਬਹੁਤ ਅੱਛੀ ਹੈ। ਮੈਂ ਦੱਸਾਂ ਕਿ ਰੱਬ ਰੂਪ ਹੈ ਮੇਰੇ ਪੇਰੈਂਟਸ, ਹੈ ਨਾ। ਉਹਨਾਂ ਨੇ ਮੈਨੂੰ ਕਦੀ ਵੀ ਇਸ ਚੀਜ਼ ਵੱਲੋਂ ਸਟ੍ਰਿਕਟਲੀ ਮਨਾ ਨਹੀਂ ਕੀਤਾ। ਉਹ ਕਹਿੰਦੇ ਕਿ ਜੋ ਤੇਰਾ ਮਨ ਕਰਦਾ ਉਹ ਕਰ, ਬਟ ਇਹ ਕਿ ਸਟੱਡੀ ਪਹਿਲੇ ਬਹੁਤ ਜ਼ਰੂਰੀ ਹੈ, ਸਟੱਡੀ ਕਰੋ, ਫਿਰ ਬਾਕੀ ਚੀਜ਼ਾਂ ਬਾਅਦ ਵਿੱਚ ਹੈ ਨਾ। ਤੇ ਬਟ ਮੈਂ ਕਦੀ ਕੋਈ ਆਡੀਸ਼ਨ ਨਹੀਂ ਛੱਡਿਆ, ਕੋਈ ਸਿੰਗਿੰਗ ਹੋ ਗਿਆ, ਕਦੀ ਕੋਈ, ਹੈ ਨਾ। ਸਟਿਲ ਤੁਸੀਂ ਮਤਲਬ ਜਾਣਦੇ ਹੋ, ਪਰ ਤੁਸੀਂ ਇਕੱਲੇ ਕਰੋ, ਤੁਹਾਨੂੰ ਪਤਾ ਪਿੰਡਾਂ ਦੀ ਕੁੜੀਆਂ ਨਿਕਲ ਨਹੀਂ ਸਕਦੀਆਂ। ਸੋ ਮੇਰੇ ਲਈ ਬਹੁਤ ਇੱਕ ਔਖਾ ਟਾਈਮ ਸੀਗਾ, ਬਟ ਸਟਿਲ ਮੈਂ ਚਾਹੇ ਥੋੜ੍ਹਾ ਹੀ ਐਫਰਟ ਪਾਇਆ, ਬਟ ਪੇਰੈਂਟਸ ਨੂੰ ਪਤਾ ਸੀਗਾ ਕਿ ਇਹਦੀ ਉੱਥੇ ਹੀ ਟਿਕੀ ਲੱਗੀ ਹੋਈ ਆ। ਤੇ ਬਸ ਮੈਂ ਇਸ ਚੀਜ਼ ਨੂੰ ਛੱਡਿਆ ਨਹੀਂ, ਤੇ ਹੌਲੀ ਹੌਲੀ ਮੈਂ ਜੀ ਲਿਖਣ ਦੀ ਗੱਲ ਕਰੀਏ ਕਿ ਕਿਸ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਲਿਖਣਾ ਸ਼ੁਰੂ ਕੀਤਾ ਹੈ? ਲਿਖਣ ਦਾ ਮੈਂ ਦੱਸਾਂ ਤੇ ਮੈਨੂੰ ਪਤਾ ਵੀ ਨਹੀਂ ਸੀ ਰਾਈਟਰ ਦਾ। ਮੈਂ ਸ਼ੁਰੂ ਤੋਂ ਹੀ, ਜਿੱਦਾਂ ਮੇਰੇ ਮੋਮ ਬਹੁਤ ਇੰਟੈਲੀਜੈਂਟ ਹੈ ਨਾ, ਸਾਡੇ ਘਰ ਨਿਊਜ਼ਪੇਪਰ ਲੱਗਾ ਹੁੰਦਾ ਸੀ, ਆਈ ਗੈਦਰ ਪਿਕਚਰ, ਹੈ ਨਾ। ਸੋ ਮੈਂ ਫੋਟੋਆਂ ਕੱਟਣੀਆਂ, ਪੜ੍ਹਨਾ, ਚਾਹੇ ਹੈਲਥ ਰਿਲੇਟਡ ਕੋਈ ਟਿਪਸ ਹੋਣੇ, ਉਹਨਾਂ ਨੂੰ ਮੈਂ ਜੋੜ ਕੇ ਰੱਖਣਾ ਘਰ ਵਿੱਚ। ਤੇ ਮੇਰੇ ਮੋਮ ਡੈਡ ਦੇਖਦੇ ਸੀਗੇ ਇਹਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈਗਾ, ਹੈ ਨਾ। ਤੇ ਲਿਖਣ ਦਾ ਬਸ ਇੱਦਾਂ ਹੀ ਸੀਗਾ ਕਿ ਜਦੋਂ ਤੁਸੀਂ ਪੋਇਟਰੀਜ਼ ਪੜ੍ਹਨੀਆਂ ਸਟਾਰਟ ਕੀਤੀਆਂ, ਜਦੋਂ ਮੈਂ ਸਲੋਲੀ ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ ਜੀ ਨੂੰ, ਫਿਰ ਮੈਂ ਤਾਹਿਰਾ ਸਰਾਂ ਜੀ ਨੂੰ ਪੜ੍ਹਦੀ ਸੀਗੀ, ਚਾਹੇ ਸਿਮਰਨ ਸਰ ਹੋ ਗਏ, ਉਹਨਾਂ ਦੀ ਨਵੀਂ ਹੁਣ ਆਈ ਸੀਗੀ ਰਾਣੀ ਤਾਂ ਤੋਰ ਨੂੰ ਮੈਂ ਹੁਣ ਪੜ੍ਹਦੀ ਹਾਂ। ਤਾਇਰਾ ਸਰਾਂ ਦੀ ਸ਼ੀਸ਼ਾ ਮੈਨੂੰ ਉਹ ਬਹੁਤ ਪਸੰਦ ਹੈ ਨਾ। ਸੋ ਜਸਵੀਰ ਗੁਨਾਚੋਰੀਆ ਸਰ ਦੀ ਬੁੱਕਸ ਮੈਂ ਬਹੁਤ ਪੜ੍ਹਦੀ ਹਾਂ। ਤੇ ਮੈਂ ਖੁਦ ਜਿਹੜੀ ਬੁੱਕ ਲਿਖ ਰਹੀ ਹਾਂ ਉਹ ਬੜੀ ਜਲਦੀ ਤੁਹਾਡੇ ਸਾਹਮਣੇ ਲਾਂਚ ਕਰਾਂਗੀ। ਸੋ ਇੱਕ ਸਪਿਰਿਚੁਅਲ ਬੁੱਕ ਲਿਖ ਰਹੀ ਹਾਂ, ਹੈਲਥ ਰਿਗਾਰਡਿੰਗ ਮੈਂ ਬੁੱਕ ਲਿਖ ਰਹੀ ਹਾਂ। ਸੋ ਇੱਕ ਪੋਇਟਰੀ ਲਿਖ ਰਹੀ ਹਾਂ, ਤੇ ਉਹ ਰਿਗਾਰਡਿੰਗ ਇੱਕ ਤੁਸੀਂ ਕਹਿ ਲਓ ਕਿ ਇੱਕ
ਪਿਆਰ ਦੇ ਵਿੱਚ ਜਿਹੜੀ ਕਿ ਬਹੁਤ ਕਲੋਜ਼ ਤੁਸੀਂ ਇੱਕ ਕਹਿ ਲਓ ਇੱਕ ਰਿਲੇਸ਼ਨ ਜੋ ਹੁੰਦਾ ਮੈਨੂੰ ਉਸ ਚੀਜ਼ ਤੇ ਇੱਕ ਬਹੁਤ ਇੰਟਰਸਟ ਹੈ ਕਿ ਇੱਕ ਐਕਚੁਅਲ ਪਿਆਰ ਕੀ ਹੈ ਹਨਾ ਤੁਸੀਂ ਉਹਨੂੰ ਕਿੱਦਾਂ ਫਿਲਮਾ ਸਕਦੇ ਹੋ ਸੋ ਇਸ ਚੀਜ਼ ਨੂੰ ਮੈਂ ਬੜਾ ਕਲੋਜ਼ਲੀ ਲਾਈਕ ਸਟੱਡੀ ਕਰਕੇ ਕਿ ਲੋਕੀ ਕਿੱਦਾਂ ਲਾਈਕ ਇੱਕ ਦੂਜੇ ਨੂੰ ਪਿਆਰ ਦੀ ਅਹਿਮੀਅਤ ਨਹੀਂ ਰਹਿ ਗਈ ਅੱਜ ਹਨਾ ਮੈਂ ਉਸ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾਲ ਇੱਕ ਰੋਸ਼ਨਾ ਰਹੀਆਂ ਲਿਖ ਰਹੀਆਂ ਸ਼ਿੰਗਾਰ ਰਹੀਆਂ ਕਿ ਸ਼ਾਇਦ ਲੋਕਾਂ ਨੂੰ ਪਸੰਦ ਆਏ ਉਹ ਤੁਸੀਂ ਮੈਂ ਦੇਖਿਆ YouTube ਤੇ 2-3 ਗਾਣੇ ਮੈਨੂੰ ਲੱਗਦਾ ਤੁਸੀਂ ਆਪ ਲਿਖੇ ਆ ਮੈਂ ਚਾਹੁੰਦਾ ਵੀ ਜੇ ਸ਼ੁਰੂਆਤ ਆਪਾਂ ਕਿਉਂਕਿ ਗਾਇਕੀ ਦੀ ਗੱਲ ਹੋ ਰਹੀ ਆ ਤੇ ਮੈਂ ਚਾਹੁੰਦਾ ਵੀ 2 ਲਾਈਨਾਂ ਸਥਾਈ ਤੇ ਅੰਤਰਾ ਕਿਸੇ ਵੀ ਗਾਣੇ ਦਾ ਹੋ ਜਾਵੇ ਇੱਕ ਤੁਸੀਂ ਦੀਪ ਵੀਰਿਆ ਵੀ ਲਿਖਿਆ ਲੌਂਗ ਡਿਸਟੈਂਸ ਤੁਹਾਡਾ ਲੇਟੈਸਟ ਗਾਣਾ ਵੀ ਆਇਆ ਟਿਮ ਜਸਵੀਰ ਭਾਜੀ ਹੋਣਾ ਦਾ ਸੋ ਪਹਿਲਾਂ ਟਿਮ ਦੇ 2 ਬੋਲ ਸਾਂਝੇ ਕਰ ਦਿਓ ਜੀ ਇਸ਼ਕੇ ਦਾ ਠੱਗਿਆ ਏ ਕੌਫੀ ਉੱਤੇ ਲੱਗਿਆ ਏ ਇਸ਼ਕੇ ਦਾ ਠੱਗਿਆ ਏ ਕੌਫੀ ਉੱਤੇ ਲੱਗਿਆ ਏ ਆਕੇ ਆਪਣਿਆਂ ਵਾਂਗਰਾਂ ਬੁਲਾਵੇ ਟਿਮ ਤੇ ਹਾਂ ਮੈਨੂੰ ਵੇਖਣ ਬਹਾਨੇ ਮੁੰਡਾ ਆਵੇ ਟਿਮ ਤੇ ਜੀ ਮੈਨੂੰ ਮਿਲਣ ਬਹਾਨੇ ਮੁੰਡਾ ਆਵੇ ਟਿਮ ਤੇ ਜੀ ਮੈਨੂੰ ਵੇਖਣ ਬਹਾਨੇ ਮੁੰਡਾ ਆਵੇ ਟਿਮ ਤੇ ਵਾਹ ਜੀ ਵਾਹ ਥੈਂਕ ਯੂ ਬਹੁਤ ਹੀ ਵਧੀਆ ਲਿਖਿਆ ਔਰ ਵਿਸ਼ਾ ਵੀ ਵੱਖਰਾ ਜੀ ਬਿਲਕੁਲ ਸਰ ਹਾਂਜੀ ਇਹ ਮਤਲਬ ਜਸਵੀਰ ਸਰ ਗੁਨਾਚੋਰੀਆ ਸਰ ਜੀ ਦੀ ਤਾਂ ਗੱਲ ਹੀ ਅਲੱਗ ਹੈਗੀ ਹੈ ਨਾ ਤੇ ਉਹਨਾਂ ਨੇ ਮੈਨੂੰ ਹੋਰ ਵੀ ਸੌਂਗਸ ਦਿੱਤੇ ਸੀਗੇ ਹੈ ਨਾ ਤੇ ਆਪਾਂ ਚੂਜ਼ ਕੀਤਾ ਇਸ ਸੌਂਗ ਨੂੰ ਕਿਉਂਕਿ ਉਹ ਕਹਿੰਦੇ ਸੀ ਕਿ ਟਿਮ ਹੌਟਨ ਤੇ ਪਹਿਲਾਂ ਇੱਕ ਵੱਖਰਾ ਵਿਸ਼ਾ ਹੈ ਇਹਨੂੰ ਪਹਿਲਾਂ ਲੈ ਕੇ ਆਉਂਦੇ ਆ ਸੋ ਫਿਰ ਸਲੋਲੀ ਆਪਾਂ ਹੋਰ ਵੀ ਸੌਂਗਸ ਕਰ ਰਹੇ ਹਾਂ ਉਹਨਾਂ ਤੇ ਆਪਾਂ ਵਰਕ ਕਰ ਰਹੇ ਹਾਂ ਤੇ ਬੜੀ ਜਲਦੀ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਆਪਾਂ ਸੌਂਗਸ ਤੇ ਮੈਂ ਬਹੁਤ ਭਾਗਾਂ ਵਾਲੀ ਹਾਂ ਕਿ ਜਸਵੀਰ ਸਰ ਮੈਨੂੰ ਮਤਲਬ ਲਾਂਚ ਕਰ ਰਹੇ ਆ ਨਾ ਤੇ ਮੈਂ ਆਪਣੇ ਆਪ ਨੂੰ ਬਹੁਤ ਭਾਗੀਦਾਰ ਸਮਝਦੀ ਹਾਂ ਇਸ ਚੀਜ਼ ਲਈ ਹਾਂਜੀ ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੀ ਅਦਾਕਾਰੀ ਖੇਤਰ ਦੀ ਕਿਉਂਕਿ ਤੁਸੀਂ ਜਸਵੀਰ ਭਾਜੀ ਹੁਣਾਂ ਨਾਲ ਮੇਰੀ ਗੱਲਬਾਤ ਵੀ ਹੋਈ ਜਿਹੜਾ ਅਦਾਕਾਰੀ ਵਾਲਾ ਖੇਤਰ ਆ ਇਹ ਕਿੱਦਾਂ ਮਨ ਬਣਾਇਆ ਜਾਂ ਕਿਸ ਤੋਂ ਪ੍ਰੇਰਿਤ ਹੋਏ ਤੁਸੀਂ ਪ੍ਰੇਰਿਤ ਮੈਂ ਆਪਣੇ ਆਪ ਤੋਂ ਹੀ ਹਾਂ ਸ਼ਾਇਦ ਮੈਂ ਦੱਸਿਆ ਨਾ ਕਿ ਫੀਲਿੰਗਸ ਜਿਹੜੀਆਂ ਉਹਨਾਂ ਰੱਬ ਦੀਆਂ ਦਿੱਤੀਆਂ ਹੁੰਦੀਆਂ ਆ ਤੇ ਮੈਂ ਕਿਸੇ ਦੀ ਕਾਪੀ ਨਹੀਂ ਕਰਦੀ ਆ ਮੈਨੂੰ ਇਦਾਂ ਲੱਗਦਾ ਕਿ ਰੱਬ ਨੇ ਤੁਹਾਨੂੰ ਬਣਾਇਆ ਕਿਉਂਕਿ ਦੁਨੀਆ ਵਿੱਚ ਕਦੀ ਕਿਸੇ ਨਾਲ ਸ਼ਕਲ ਨਹੀਂ ਮਿਲਦੀ ਇੱਕ ਦੂਸਰੇ ਦੀ ਹੈ ਨਾ ਹੀ ਤੁਹਾਡੀਆਂ ਲਾਈਕ ਫਿੰਗਰਪ੍ਰਿੰਟਸ ਨਥਿੰਗ ਕਿਉਂਕਿ ਯੂਨੀਕ ਹੈ ਰੱਬ ਹੈ ਨਾ ਉਹ ਹਰ ਕਿਸੇ ਨੂੰ ਫੀਲਿੰਗਸ ਨਹੀਂ ਅਲੱਗ ਦਿੰਦਾ ਹਰ ਕਿਸੇ ਨੂੰ ਪਿਆਰ ਦਿਮਾਗ ਕਿਸੇ ਨੂੰ ਵੀ ਸਭ ਨੂੰ ਡਿਫਰੈਂਟ ਚੀਜ਼ਾਂ ਨਾ ਸੋ ਮੈਂ ਆਪਣੇ ਆਪ ਨੂੰ ਇਨਸਪੀਰੇਸ਼ਨ ਆਪਣੇ ਆਪ ਨੂੰ ਮੋਟੀਵੇਟ ਕਿਉਂਕਿ ਮੈਂ ਇੱਕ ਗੱਲ ਭੁੱਲੀ ਕਿ ਮੋਟੀਵੇਸ਼ਨਲ ਸਪੀਕਸ ਜੋ ਹੁੰਦੀਆਂ ਹੈ ਮੈਂ ਉਹਨਾਂ ਨੂੰ ਬਹੁਤ ਸੁਣਦੀ ਹਾਂ ਤੇ ਮੋਟੀਵੇਸ਼ਨਲ ਸਪੀਕਰ ਮੈਂ ਬਣਨਾ ਚਾਹੁੰਦੀ ਹਾਂ ਕਿ ਆਪਣੇ ਪਿੰਡ ਦੀਆਂ ਕੁੜੀਆਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਇੱਕ ਯੂਨੀਕ ਹੋ ਰਾਈਟ ਤੁਸੀਂ ਇਹ ਨਹੀਂ ਕਿ ਪਿੰਡ ਤੱਕ ਹੀ ਲਿਮਿਟ ਤੁਹਾਡੀ ਹੋਣੀ ਚਾਹੀਦੀ ਕਿ ਬਸ ਤੁਹਾਡਾ ਵਿਆਹ ਹੋ ਗਿਆ ਤੁਸੀਂ ਤੁਹਾਡੇ ਬੱਚੇ ਹੋ ਗਏ ਤੁਹਾਡੀ ਲਾਈਫ ਖਤਮ ਹੈ ਰਾਈਟ ਸੋ ਸਾਨੂੰ ਮਤਲਬ ਕਿ ਆਪਣੇ ਆਪ ਨੂੰ ਇੰਨਾ ਯੂਨੀਕ ਬਣਾ ਲਓ ਕਿ ਲੋਕੀ ਤੁਹਾਡੇ ਵੱਲੋਂ ਪੁੱਛਣ ਯਾਰ ਉਹ ਪਿੰਡ ਦੀ ਕੁੜੀ ਦੇਖਿਆ ਉਹਨੇ ਯਾਰ ਕਿੰਨਾ ਨਾਮ ਰੋਸ਼ਨ ਕੀਤਾ ਹੈ ਨਾ ਸੋ ਆਪਣੇ ਆਪ ਨੂੰ ਇੱਕ ਯੂਨੀਕ ਸਮਝੋ ਕਿ ਸਾਡੇ ਵਰਗਾ ਕੋਈ ਨਹੀਂ ਤੁਸੀਂ ਆਪਣੀਆਂ ਸ਼ਕਲ ਸੂਰਤ ਤੇ ਕਦੀ ਆਪਣੀ ਇਸ ਚੀਜ਼ ਨੂੰ ਕਦੀ ਵੀ ਨਹੀਂ ਦੇਖਣਾ ਚਾਹੀਦਾ ਕਿ ਮੈਂ ਕੀ ਹੈ ਮੈਂ ਕੀ ਨਹੀਂ ਕਰ ਸਕਦੀ ਕਿਉਂਕਿ ਔਰਤ ਵਿੱਚ ਤਾਂ ਵੈਸੇ ਹੀ ਇੰਨੀ ਸ਼ਕਤੀ ਹੁੰਦੀ ਆ ਕਿ ਉਹ ਕੁਝ ਵੀ ਕਰ ਸਕਦੀ ਆ ਬਸ ਇੱਕ ਜ਼ਰੂਰਤ ਹੁੰਦੀ ਆ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਤੇ ਸੋ ਮੈਂ ਆਪਣੀ ਮੋਮ ਨੂੰ ਵੀ ਇਸ ਚੀਜ਼ ਲਈ ਵੈਸੇ ਬਹੁਤ ਉਹ ਸਮਝਦੀ ਹਾਂ ਵੱਡੇ ਭਾਗੀਦਾਰ ਕਿਉਂਕਿ ਮੇਰੇ ਮੋਮ ਨੇ ਹਮੇਸ਼ਾ ਤੋਂ ਮੈਨੂੰ ਸਟਰੋਂਗ ਬਣਾਇਆ ਮੈਨੂੰ ਬਾਹਰ ਪੜ੍ਹਨ ਲਈ ਭੇਜਿਆ ਮੈਨੂੰ ਕੈਨੇਡਾ ਭੇਜਿਆ ਸਟਿਲ ਆਮ ਲਿਵਿੰਗ ਅਲੋਨ ਕਿਉਂਕਿ ਮੈਂ ਕਦੀ ਵੀ ਇਹ ਨਹੀਂ ਕਿਹਾ ਮੋਮ ਮੈਂ ਤੁਹਾਨੂੰ ਮਤਲਬ ਬਹੁਤ ਮਿਸ ਕਰ ਰਹੀ ਹਾਂ ਪਲੀਜ਼ ਇੱਦਾਂ ਕਰੋ ਉੱਦਾਂ ਲਾਈਕ ਹਾਂ ਤੁਸੀਂ ਮਿਸ ਕਰਦੇ ਹੋ ਬਟ ਆਪਣੇ ਪੇਰੈਂਟਸ ਨੂੰ ਇੰਨਾ ਨਾ ਜਤਾਓ ਕਿ ਉਹ ਤੁਹਾਨੂੰ ਕਮਜ਼ੋਰ ਹੋ ਜਾਣ ਹੈ ਨਾ ਮੈਂ ਆਪਣੇ ਆਪ ਨੂੰ ਬਹੁਤ ਸਟਰੋਂਗ ਰੱਖਿਆ ਹੋਇਆ ਕਿ ਜੇ ਤੁਸੀਂ ਸਟਰੋਂਗ ਹੈ ਤੁਹਾਡੇ ਪੇਰੈਂਟਸ ਵੀ ਸਟਰੋਂਗ ਹੈ ਰੋ ਕੇ ਨਾ ਦੱਸੋ ਅੱਗੇ ਦੱਸੋ ਕਿ ਹਾਂ ਮੋਮ ਮੈਂ ਬਹੁਤ ਜਲਦੀ ਕੁਝ ਕਰਕੇ ਤੁਹਾਨੂੰ ਦਿਖਾਵਾਂਗੀ ਤੁਹਾਡਾ ਨਾਮ ਰੋਸ਼ਨ ਕਰਾਂਗੇ ਜੀ ਹਾਂਜੀ ਇਹ ਫਿਲਮੀ ਖੇਤਰ ਦੀ ਆਪਾਂ ਗੱਲ ਕਰਦੇ ਹਾਂ ਵੀ ਕਿਹਨਾਂ ਨੇ ਤੁਹਾਨੂੰ ਇਸ ਖੇਤਰ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਸਵੀਰ ਗੁਨਾਚੋਰੀਆ ਸਰ ਜੀ ਉਹਨਾਂ ਤੋਂ ਬਿਨਾਂ ਮੈਂ ਕੁਝ ਵੀ ਨਹੀਂ ਹਾਂ ਰਾਈਟ ਸੋ ਉਹਨਾਂ ਵਰਗੀ ਸ਼ਖਸੀਅਤ ਮੈਨੂੰ ਨਹੀਂ ਲੱਗਦਾ ਕਿ ਇੰਨੇ ਅੱਛੇ ਸੁਭਾਅ ਦੇ ਔਰ ਇੰਨੇ ਸ਼ਾਂਤ ਰਹਿਣ ਵਾਲੇ ਤੇ ਸਰ ਮੈਂ ਤੁਹਾਨੂੰ ਦੱਸਾਂ ਕਿ ਕੁਝ ਚੀਜ਼ਾਂ ਮੈਂ ਉਹਨਾਂ ਤੋਂ ਸਿੱਖਦੀ ਹਾਂ ਨਾ ਕਿ ਰਹਿਣੀ ਬਹਿਣੀ ਉੱਠਣੀ ਸੋ ਸਭ ਤੋਂ ਪਹਿਲਾਂ ਤਾਂ ਬੱਚਾ ਆਪਣੇ ਮਾਂ-ਪਿਓ ਤੋਂ ਸਿੱਖਦਾ ਇਹ ਚੀਜ਼ਾਂ ਹੈ ਨਾ ਤੇ ਜਦੋਂ ਵੱਡਾ ਹੁੰਦਾ ਉਹ ਸੁਸਾਇਟੀ ਵਿੱਚ ਰਹਿਣਾ ਬਹਿਣਾ ਸਿੱਖਦਾ ਹੈ ਨਾ ਬਟ ਕਿਤੇ ਨਾ ਕਿਤੇ ਉਹ ਕਮੀਆਂ ਤੁਹਾਡੇ 'ਚ ਰਹਿ ਜਾਂਦੀਆਂ ਹੈ ਨਾ ਤੇ ਤੁਹਾਡੀ ਲਾਈਫ 'ਚ ਪਤਾ ਨਹੀਂ ਕਦੋਂ ਕੋਈ ਸ਼ਖਸ ਇੱਦਾਂ ਦਾ ਆ ਜਾਂਦਾ ਕਿ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਉਦੋਂ ਮਿਲ ਜਾਂਦਾ ਤੁਹਾਨੂੰ ਲੱਗਦਾ ਕਿ ਯਾਰ ਤੁਸੀਂ ਪਾਸਟ ਵਿੱਚ ਜੋ ਕੀਤਾ ਤੁਸੀਂ ਗਲਤੀਆਂ ਕੀਤੀਆਂ ਬਹੁਤ ਹੈ ਨਾ ਸੋ ਮੈਨੂੰ ਇੱਦਾਂ ਲੱਗਦਾ ਕਿ ਹੁਣ ਮੈਂ ਬਹੁਤ ਕੁਝ ਲਾਈਕ ਅਚੀਵ ਕਰ ਲਿਆ ਲਾਈਕ ਕਿਉਂਕਿ ਇੱਕ ਤੁਹਾਡੀ ਇੱਕ ਜ਼ੁਬਾਨ ਹੀ ਸਭ ਕੁਝ ਹੁੰਦੀ ਹੈ ਨਾ ਉਹੀ ਤੁਹਾਨੂੰ ਉੱਪਰ ਲੈ ਕੇ ਜਾਂਦੀ ਉਹੀ ਤੁਹਾਨੂੰ ਥੱਲੇ ਲੈ ਕੇ ਜਾਂਦੀ ਹੈ ਨਾ ਸੋ ਚਲੋ ਸਾਨੂੰ ਪੇਰੈਂਟਸ ਨੇ ਸੰਸਕਾਰ ਦਿੱਤੇ ਸੰਸਕਾਰ ਹੈ ਨਾ ਕਿ ਕਿੱਦਾਂ ਤੁਸੀਂ ਵਿਚਰਨਾ ਇਸ ਦੁਨੀਆ ਵਿੱਚ ਹੈ ਨਾ ਤੇ
ਕੁਝ ਚੀਜ਼ਾਂ ਤੁਸੀਂ ਸਿੱਖਦੇ ਹੋ ਕਿ ਜਿੱਥੋਂ ਤੁਸੀਂ ਇਨਸਪਾਇਰ ਹੁੰਦੇ ਹੋ। ਜੀ। ਜਸਵੀਰ ਗੁਨਾਚੋਰੀਆ ਸਰ ਜੀ ਮੈਨੂੰ ਇਸ ਲਾਈਨ 'ਚ ਲੈ ਕੇ ਆਏ ਹੈ ਨਾ, ਉਹ ਮੈਨੂੰ ਲਾਂਚ ਕਰ ਰਹੇ ਐਜ਼ ਅ ਸਿੰਗਰ, ਐਜ਼ ਅ ਐਕਟਰ। ਸੋ ਮੇਰੀ ਬੁੱਕ ਵੀ ਸਰ ਬੋਲ ਰਹੇ ਸੀ ਮੈਂ ਲਾਂਚ ਕਰੂੰਗਾ ਆਪਾਂ, ਹੈ ਨਾ। ਤੇ ਤੁਹਾਨੂੰ ਇੰਨੀ ਕੁ ਪਾਵਰ ਮਿਲਦੀ ਆ, ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਇੱਥੇ ਇਕੱਲੇ ਹੋ, ਹੈ ਨਾ। ਤੇ ਤੁਹਾਨੂੰ ਇਦਾਂ ਲੱਗਦਾ ਕਿ ਤੁਸੀਂ ਜੋ ਚਾਹੁੰਦੇ ਸੀਗੇ, ਪੇਰੈਂਟਸ ਦਾ ਤੁਸੀਂ ਨਾਮ ਕਿੱਦਾਂ ਰੋਸ਼ਨ ਕਰਨਾ ਸੀਗਾ, ਹੈ ਨਾ, ਉਹ ਤੁਹਾਨੂੰ ਮਤਲਬ ਅੱਗ ਤੇ ਜਿੱਦਾਂ ਕਹਿ ਲਓ ਕਿ ਧੂਆਂ ਬਲ ਰਿਹਾ, ਥੋੜੀ ਚਿੰਗਾਰੀ ਮਿਲ ਜਾਂਦੀ ਹੈ ਤੁਹਾਨੂੰ, ਹੈ ਨਾ, ਉੱਥੇ ਕਿ ਆਸ ਮਿਲ ਜਾਂਦੀ ਕਿ ਲਾਈਟ ਹੈਗੀ ਆ ਸਾਡੇ ਤੋਂ ਕੋਈ। ਤੇ ਮੈਂ ਉਹਨਾਂ ਵਰਗੀ ਸ਼ਖਸੀਅਤ ਨੂੰ ਕਦੀ ਵੀ ਮਤਲਬ ਕਿ ਮੈਂ ਉਹਨਾਂ ਵੱਲੋਂ ਮੈਂ ਕਦੀ ਸਰ ਮਾੜਾ ਸੁਣਿਆ ਵੀ ਨਹੀਂ ਇੰਡਸਟਰੀ ਵਿੱਚ। ਤੇ ਮੈਂ ਜਿਨ੍ਹਾਂ ਨਾਲ ਵੀ ਗੱਲ ਕਰਦੀ ਉਹਨਾਂ ਵੱਲੋਂ ਇਹ ਤਾਰੀਫਾਂ ਹੀ ਮਿਲਦੀਆਂ, ਕਿਉਂਕਿ ਮੈਂ ਸੱਚੀ ਦੱਸਾਂ ਤੇ ਮੈਂ ਸਰ ਨੂੰ ਮਤਲਬ ਇੰਨਾ ਕਲੋਜ਼ ਨਹੀਂ ਜਾਣਿਆ ਪਹਿਲਾਂ, ਹੈ ਨਾ। ਤੇ ਜਦੋਂ ਮੈਂ ਉਹਨਾਂ ਵਿੱਚ ਵਿਚਰੀ, ਮੈਂ ਸਰ ਨੂੰ ਜਾਣਿਆ, ਓ ਮਾਈ ਗॉड, ਮਤਲਬ ਬਹੁਤ ਅੱਛੀ ਸ਼ਖਸੀਅਤ ਆ ਉਹ, ਬਹੁਤ। ਮਤਲਬ ਮੁੱਖ ਦੀ ਗੱਲ ਵੀ ਇਹ ਜਿਹੜਾ ਮੌਕਾ ਤੁਹਾਨੂੰ ਜਸਵੀਰ ਗੁਨਾਚੋਰੀਆ ਸਾਹਿਬ ਹੁਣਾਂ ਨੇ ਦਿੱਤਾ ਫਿਲਮੀ ਖੇਤਰ ਵੱਲ ਆਉਣ ਨੂੰ। ਬਿਲਕੁਲ ਸਰ, ਬਿਲਕੁਲ ਇਹ ਗੱਲ ਬਿਲਕੁਲ 100% ਸਹੀ ਹੈ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਇਸ ਇੰਡਸਟਰੀ ਵਿੱਚ ਮੈਂ ਇਹ ਸੱਚ ਦੱਸਾਂ ਤਾਂ ਸਰ ਮੈਨੂੰ ਇਸ ਇੰਡਸਟਰੀ ਦੀ ABC ਵੀ ਨਹੀਂ ਪਤਾ। ਮੈਨੂੰ ਬਹੁਤ ਲੋਕ ਕਹਿੰਦੇ ਕਿ ਇਸ ਇੰਡਸਟਰੀ ਵਿੱਚ ਤੁਹਾਨੂੰ ਬਹੁਤ ਕੁਝ ਹੁੰਦਾ ਚੱਲਦਾ, ਹੈ ਨਾ, ਕਿ ਲਾਈਕ, ਹੈ ਨਾ। ਤੇ ਆਈ ਡੋਂਟ ਨੋ, ਮੈਨੂੰ ਸੀਰੀਅਸਲੀ ਨਹੀਂ ਪਤਾ ਸੀ। ਮੈਨੂੰ ਇੱਦਾਂ ਹੁੰਦਾ ਸੀ ਕਿ ਵੈਸੇ ਲੋਕੀ ਬੋਲਦੇ ਆ ਕਿ ਇੱਦਾਂ ਹੁੰਦਾ, ਮੈਨੂੰ ਨਹੀਂ ਪਤਾ ਕਿਉਂਕਿ ਮੈਂ ਹੈ ਹੀ ਨਹੀਂ ਇੰਡਸਟਰੀ ਦੀ, ਰਾਈਟ। ਮੈਂ ਇੱਕਦਮ ਫਰੈਸ਼ ਹੈਗੀ ਹਾਂ। ਇਹ ਗੱਲ ਵੱਖਰੀ ਕਿ ਮੈਨੂੰ ਸ਼ੌਂਕ ਸ਼ੁਰੂ ਤੋਂ ਹੀ ਆ ਲਿਖਣ ਪੜ੍ਹਨ ਦਾ, ਹੈ ਨਾ। ਮੈਨੂੰ ਇਹ ਸੀਗਾ ਇੱਕ ਦਿਨ ਮੈਂ ਅੱਗੇ ਲੈ ਕੇ ਆਉਂਗੀ ਇਹਨਾਂ ਚੀਜ਼ਾਂ ਨੂੰ, ਬਟ ਹਾਊ ਆਈ ਡਿਡਨਟ ਨੋ ਦੈਟ, ਬਟ ਨਾਓ ਆਈ ਨੋ ਦੈਟ ਬਿਕਾਜ਼ ਜਸਵੀਰ ਸਰ ਵਿਦ ਮੀ ਰਾਈਟ ਨਾਓ। ਅੱਛਾ, ਮੈਨੂੰ ਇਹ ਦੱਸਿਆ ਜਾਵੇ ਜਿਹੜੀਆਂ ਫਿਲਮਾਂ ਆ ਰਹੀਆਂ ਆ ਉਹਨਾਂ ਦੀ ਕਹਾਣੀ ਕਿਹੋ ਜਿਹੀ, ਤੁਹਾਡਾ ਵਿੱਚ ਕੀ ਰੋਲ ਹੈ? ਮੇਰਾ ਬਹੁਤ ਪੋਜ਼ਿਟਿਵ ਰੋਲ ਹੈ ਅਤੇ ਬਹੁਤ ਅੱਛਾ ਰੋਲ ਹੈ। ਅਤੇ ਜਿੱਦਾਂ ਕਿ ਮੈਂ ਆਪਣੀ ਰੀਅਲ ਲਾਈਫ 'ਚ ਸਟਰੋਂਗ ਹੈਗੀ ਹਾਂ, ਉੱਦਾਂ ਹੀ ਕੈਲੀ ਸਟਰੋਂਗ ਹੈਗੀ ਆ। ਅਤੇ ਉਹ ਇੱਕ ਅੱਛੀ ਵੂਮਨ ਹੈਗੀ ਹੈ ਜੋ ਆਪਣੇ ਹਸਬੈਂਡ ਨੂੰ ਬਹੁਤ ਹੀ ਲਾਈਕ ਸੰਭਾਲਣ ਦੀ ਕੋਸ਼ਿਸ਼ ਕਰਦੀ ਹੈ। ਜਿੱਦਾਂ ਕਿ ਹੁੰਦਾ ਹੀ ਆ ਕਿ ਕੋਈ ਵਿਗੜ ਜਾਂਦਾ ਆ, ਉਹਨੂੰ ਮੈਂ ਬਹੁਤ ਇੱਕ ਅੱਛਾ ਕਹਿ ਲਓ ਕਿ ਸਮਝਦਾਰ ਬਣਾਉਂਦੀ ਹਾਂ, ਜਿੱਦਾਂ ਕਿ ਘਰ ਨੂੰ ਮੈਂ ਸਵਾਰ ਕੇ ਰੱਖਦੀ ਹਾਂ। ਅਤੇ ਬਿਲਕੁਲ ਇਹ ਜਿਹੜੀਆਂ ਫਿਲਮਾਂ ਆ ਰਹੀਆਂ ਇਹਨਾਂ ਦੀ ਮੈਨੂੰ ਦੱਸਿਆ ਜਾਵੇ ਸ਼ੂਟਿੰਗ ਕੈਨੇਡਾ 'ਚ ਹੋਈ ਜਾਂ ਇੰਡੀਆ ਹੋਈ? ਹਾਂਜੀ, ਹਾਫ ਸ਼ੂਟ ਇੰਡੀਆ ਹੋਈ ਸੀਗੀ ਅਤੇ ਹਾਫ ਪੰਜਾਬ ਵਿੱਚ ਹੋਈ ਸੀਗੀ ਜੀ। ਹਾਂਜੀ, ਓਕੇ। ਅੱਛਾ, ਮੈਨੂੰ ਇਹ ਦੱਸੋ ਵੀ ਜਦੋਂ ਅਕਸਰ ਕੋਈ ਵੀ ਲਾਈਨ ਦੀ ਆਪਾਂ ਗੱਲ ਕਰ ਲਈਏ, ਚਾਹੇ ਗਾਇਕੀ ਦੀ, ਅਦਾਕਾਰੀ ਦੀ, ਜਦੋਂ ਕੋਈ ਵੀ ਬੰਦਾ ਹਿੱਟ ਹੋ ਜਾਂਦਾ ਤਾਂ ਉਹ ਅਕਸਰ ਜਿਨ੍ਹਾਂ ਦਾ ਸਾਰਾ ਕਰਮ ਹੁੰਦਾ ਆ, ਜਿਨ੍ਹਾਂ ਨੇ ਤੁਹਾਨੂੰ ਇਸ ਲਾਈਨ 'ਚ ਲਿਆਂਦਾ ਆ, ਉਹ ਹਿੱਟ ਹੋਣ ਤੋਂ ਬਾਅਦ ਕੁਛ ਲੋਕ ਭੁੱਲ ਜਾਂਦੇ ਆ। ਤੁਸੀਂ ਕਿੱਥੇ ਖੜੇ ਮਹਿਸੂਸ ਕਰਦੇ ਆ ਆਪਣਾ? ਸਰ, ਭੁੱਲਣ ਦੀ ਗੱਲ ਤਾਂ ਬਿਲਕੁਲ ਦੂਰ ਹੈਗੀ ਹੈ, ਕਿਉਂਕਿ ਹਾਂਜੀ ਕਈ ਵਾਰ ਲਾਈਫ 'ਚ ਇੱਦਾਂ ਹੋ ਜਾਂਦਾ, ਤੁਹਾਨੂੰ ਸੁਣਨ ਨੂੰ ਮਿਲਦਾ ਕਿ ਉਹਨਾਂ ਨੇ ਇੱਦਾਂ ਕੀਤਾ, ਉਹ ਇੱਦਾਂ ਦਾ ਕਰਕੇ, ਹੈ ਨਾ। ਲਾਈਕ ਹਰ ਕਿਸੇ ਦੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਿਚੁਏਸ਼ਨ ਇੱਕੋ ਜਿਹੀ ਨਹੀਂ ਹੁੰਦੀ, ਨਾ ਕਿਸੇ ਦੀ ਫਾਈਨੈਂਸ ਸਿਚੁਏਸ਼ਨ ਇੱਕੋ ਜਿਹੀ ਹੁੰਦੀਆਂ, ਹੈ ਨਾ। ਅਤੇ ਰੱਬ ਨੇ ਹਰ ਕਿਸੇ ਨੂੰ ਅਲੱਗ-ਅਲੱਗ ਸਿਚੁਏਸ਼ਨਸ ਦਿੱਤੀਆਂ ਹੁੰਦੀਆਂ ਇੱਥੇ, ਹੈ ਨਾ। ਸੋ ਵੀ ਨੈਵਰ ਨੋ ਕਿਸੇ ਦੀ ਲਾਈਫ ਕਿੱਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਨਾ। ਪਰ ਰੱਬ ਕਰੇ ਕਿ ਸਾਡੀ ਲਾਈਫ 'ਚ ਕਦੀ ਇੱਦਾਂ ਦੀ ਸਿਚੁਏਸ਼ਨ ਨਾ ਆਏ ਵੀ ਸਾਨੂੰ ਇਹ ਕਹਿਣਾ ਪੈ ਜਾਏ ਕਿ ਨਹੀਂ ਇਹਨਾਂ ਨੇ ਮੇਰੇ ਲਈ ਕੁਛ ਨਹੀਂ ਕੀਤਾ, ਮੈਂ ਇਹਨਾਂ ਨਾਲ ਕੰਮ ਨਹੀਂ ਕਰਨਾ। ਸੋ ਬਾਬਾ ਜੀ ਕਰੇ ਕਿ ਮੈਂ ਪੂਰੀ ਉਮਰ, ਹੈ ਨਾ, ਕਿ ਬਸ ਇੱਦਾਂ ਹੀ ਇੰਡਸਟਰੀ 'ਚ ਕੰਮ ਕਰਦੀ ਰਵਾਂ। ਜਸਵੀਰ ਸਰ ਮੈਨੂੰ ਇੱਦਾਂ ਹੀ ਅੱਛੇ ਸੌਂਗ ਗਾਉਂਦੇ ਰਹਿਣ, ਹੈ ਨਾ। ਅਤੇ ਮੈਂ ਇੰਨੀ ਮਤਲਬ ਉਹਨਾਂ ਦੇ ਆਸ਼ੀਰਵਾਦ ਦਾ ਨਾਮ ਕਿ ਇੰਨੀ ਹਾਈਪ 'ਤੇ ਚੱਲ ਜਾਊਂ ਕਿ ਲੋਕੀ ਪੁੱਛਣ ਕਿ ਹਾਂਜੀ ਇਹ ਕੁੜੀ ਕਿੱਥੋਂ ਹੈ ਅਤੇ ਲਾਈਕ ਕੌਣ ਹੈਗੀ ਆ। ਮੇਰੇ ਪੇਰੈਂਟਸ ਦਾ ਵੀ ਓਨਾ ਹੀ ਨਾਮ ਰੋਸ਼ਨ ਹੋਏ ਜਿੰਨਾ ਕਿ ਜਸਵੀਰ ਸਰ ਦਾ ਇਸ ਇੰਡਸਟਰੀ ਵਿੱਚ ਹੈਗਾ ਆ। ਬਸ ਮੈਂ ਸਾਰਿਆਂ ਤੋਂ ਇਹੀ ਦੁਆ ਮੰਗਦੀ ਹਾਂ ਕਿ ਮੈਨੂੰ ਇੱਕ ਬਹੁਤ ਮਤਲਬ ਰਿਸਪੈਕਟਫੁਲ ਤਰੀਕੇ ਨਾਲ ਮੈਂ ਇਸ ਇੰਡਸਟਰੀ 'ਚ ਵਿਚਰਾਂ, ਕਿਉਂਕਿ ਆਪਾਂ ਸੌਂਗਸ ਵੀ ਉੱਦਾਂ ਦੇ ਲੈ ਕੇ ਆ ਰਹੇ ਹਾਂ ਰਿਸਪੈਕਟਫੁਲ ਜੇ। ਅਤੇ ਮੇਰੀ ਮੂਵੀ ਵਿੱਚ ਵੀ ਇੱਕ ਜਿੱਦਾਂ ਰਿਸਪੈਕਟਫੁਲ ਕੁੜੀ ਦਾ ਕਿਰਦਾਰ ਹੈਗਾ ਆ, ਕਿਉਂਕਿ ਮੈਨੂੰ ਇੱਦਾਂ ਲੱਗਦਾ ਹੈ ਕਿ ਜੋ ਮੈਂ ਐਕਚੁਅਲ ਹੈਗੀ ਹਾਂ ਉਹ ਮੈਂ ਪ੍ਰੈਜ਼ੈਂਟ ਕਰ ਰਹੀ ਹਾਂ, ਕੋਈ ਨਕਲੀਪਨ ਨਹੀਂ ਹੈਗਾ ਮੇਰੀ ਇੱਥੇ, ਨਾ ਮੇਰੀ ਸਿੰਗਿੰਗ 'ਚ, ਨਾ ਮੇਰੇ ਮੂਵੀਜ਼ ਵਿੱਚ, ਜੋ ਮੈਂ ਹੈਗੀ ਹਾਂ ਐਕਚੁਅਲੀ। ਸੋ ਮੈਂ ਪ੍ਰੈਜ਼ੈਂਟ ਕਰ ਰਹੀ ਹਾਂ ਤੁਹਾਡੇ ਸਾਹਮਣੇ। ਕਵਲੀਨ ਜੀ, ਇੱਕ ਤੁਹਾਡਾ ਗਾਣਾ ਜੱਟੀ ਦੀ ਪਸੰਦ, ਉਹ ਗਾਣੇ ਦੇ ਬੋਲ ਸਾਂਝੇ ਕਰੋ ਜੀ। ਹਾਂਜੀ। ਮੇਰੇ ਸੂਟਾਂ ਦੀ ਰੀਸਾਂ ਕਿੱਥੋਂ ਕਰ ਲੂਗਾ ਜੱਗ, ਨਾ ਹੀ ਗੂਗਲ ਉੱਤੇ ਲੱਭਣੇ ਡਿਜ਼ਾਈਨ ਹੈ। ਮੈਂ ਤਰੀ ਜਲਾਲਾ ਗੋਟੇ ਆਪ ਕਰਦੀ ਡਿਜ਼ਾਈਨ, ਵੱਜੇ ਬੁਲਟਾਂ ਤੇ ਗੇੜੀ ਲੰਬੀ ਲਾਈਨ ਹੈ। ਕੋਈ ਕਰ ਜੇ ਕਮੈਂਟ ਤੇ ਥਜਰਿਆ ਨਹੀਂ ਜਾਂਦਾ, ਕੋਈ ਕਰ ਜੇ ਕਮੈਂਟ ਤੇ ਥਜਰਿਆ ਨਹੀਂ ਜਾਂਦਾ। ਮੇਰੇ ਪਿੱਛੇ ਲਾੜੇ ਐਵੇਂ ਹੋਇਆ ਵੈਲੀਆਂ, ਹੋ ਲੈ ਜਾ ਤੂੰ ਬ੍ਰਾਂਡ ਗੈਸ ਗੁੱਚੀ ਦੀਆਂ ਜੀਨਾ, ਤੈਨੂੰ ਪਤਾ ਸੂਟ ਜੱਟੀ ਦੀ ਪਸੰਦ ਪਹਿਲੀ ਆ। ਲੈ ਜਾ ਤੂੰ ਬ੍ਰਾਂਡ ਗੈਸ ਗੈਪ ਦੀਆਂ ਜੀਨਾ, ਤੈਨੂੰ ਪਤਾ ਸੂਟ ਜੱਟੀ ਦੀ ਪਸੰਦ ਪਹਿਲੀ ਆ। ਥੈਂਕ ਯੂ। ਅੱਛਾ, ਤੁਸੀਂ ਇਸ ਖੇਤਰ ਵੱਲ ਇੰਡੀਆ ਤੋਂ ਸ਼ੌਂਕ ਪਾਲਿਆ ਹੋਇਆ ਸੀ ਜਾਂ ਇੱਥੇ ਕੈਨੇਡਾ ਆ ਕੇ ਸ਼ੌਂਕ ਵੱਲ ਤੁਸੀਂ ਆਏ ਹੋ? ਸਿੰਸ ਚਾਈਲਡਹੁੱਡ।
ਮੇਰੇ ਬਚਪਨ ਤੋਂ ਹੀ, ਮੈਂ ਸੱਚੀ ਦੱਸਾਂ, ਮੇਰੇ ਨਾਨਾ ਜੀ ਸੀਗੇ ਜਿਹੜੇ, ਉਹ ਸਿੰਗਿੰਗ ਲਾਈਨ 'ਚ ਸੀਗੇ। ਉਹ ਚਾਹੁੰਦੇ ਸੀਗੇ ਕਿ ਅੱਗੇ ਕੋਈ ਫੈਮਿਲੀ 'ਚ ਹੋਏ ਹੈ ਨਾ, ਬਟ ਕਿਸੇ ਨੂੰ ਇੰਡਸਟਰੀ, ਮੈਨੂੰ ਇੱਦਾਂ ਲੱਗਦਾ ਕਿ ਉਹਨਾਂ ਦਾ ਸ਼ਾਇਦ ਕੁਛ ਨਾ ਕੁਛ ਮੇਰੇ 'ਚ ਰਹਿ ਗਿਆ ਹੈ ਨਾ, ਜਿੱਦਾਂ ਕਿ ਸੋ ਮੈਨੂੰ ਮੈਂ ਦੱਸਿਆ ਕਿ ਹੋਸ਼ ਸੰਭਾਲਦਾ ਜਦੋਂ ਬੱਚਾ ਹੈ ਨਾ, ਤੇ ਮੈਨੂੰ ਨਹੀਂ ਪਤਾ ਸਿੰਗਿੰਗ ਕੀ ਹੁੰਦੀ, ਬਟ ਮੈਨੂੰ ਇੰਨਾ ਪਤਾ ਸੀ ਮੰਮਾ ਮੈਂ ਰਿਆਜ਼ ਕਰਨਾ, ਮੈਨੂੰ ਸਿੰਗਿੰਗ ਸਿਖਾ ਦਿਓ। ਮੈਨੂੰ ਨਹੀਂ ਲੱਗਦਾ ਕੋਈ ਬੱਚਾ ਅੱਜ ਕੱਲ੍ਹ ਬੋਲਦਾ ਜਿਹਨੂੰ, ਕਿਉਂਕਿ ਪਿੰਡਾਂ ਵਿੱਚ ਤਾਂ ਵੈਸੇ ਵੀ ਉਦੋਂ ਤੁਸੀਂ ਇੰਨੀ ਸਿੰਗਿੰਗ ਨਾਲ ਰਿਲੇਟਡ ਨਹੀਂ ਹੁੰਦੇ, ਤੁਹਾਨੂੰ ਇਹ ਹੁੰਦਾ ਕਿ ਬਸ ਸਕੂਲ ਚੱਲ ਗਏ, ਘਰ ਆ ਗਏ, ਮਮ ਡੈਡ ਨਾਲ ਟਾਈਮ ਸਪੈਂਡ ਕਰ ਲਿਆ, ਉਦੋਂ ਤਾਂ ਮੋਬਾਈਲ ਵੀ ਨਹੀਂ ਹੁੰਦੇ ਸੀਗੇ ਹੈ ਨਾ, ਸੋ ਬੱਚੇ ਨੂੰ ਪਤਾ ਨਹੀਂ ਹੁੰਦਾ ਉਹ ਕੀ ਕਰੇ। ਪਰ ਮੇਰਾ ਇੰਟਰਸਟ ਹੁੰਦਾ ਸੀਗਾ, ਬੁੱਕਸ ਪੜ੍ਹ ਲੀਆਂ ਅਤੇ ਲਾਈਕ ਸੌਂਗਸ, ਲਾਈਕ ਜਿੱਦਾਂ ਕੰਨਾਂ 'ਚ ਪੈਣੇ, ਕੋਈ ਰੇਡੀਓ ਵਗੈਰਾ ਜਿੱਦਾਂ ਇੰਨਾ TV 'ਚ ਸੁਣ ਲਿਆ ਹੈ ਨਾ, ਮੰਮਾ ਮੈਂ ਵੀ ਸਿੰਗਿੰਗ ਕਰਨੀ ਆ, ਮੰਮਾ ਮੈਨੂੰ ਵੀ ਰਿਆਜ਼ ਕਰਵਾਓ, ਸਿਖਾਓ ਮੈਨੂੰ ਹੈ ਨਾ। ਸੋ ਮੇਰੇ ਮਮ ਨੇ ਬਸ ਇੰਨੀ ਗੱਲ ਕਹਿਣੀ, ਬਹੁਤ ਟਫ ਚੀਜ਼ ਹੁੰਦੀ ਆ ਹੈ ਨਾ, ਤੇ ਇਹ ਇੱਦਾਂ ਨਹੀਂ ਸਿੱਖੀ ਜਾਂਦੀ। ਮੈਂ ਕਹਿੰਦੀ ਨਹੀਂ ਮੰਮਾ ਸੌਖੀ ਤਾਂ ਹੁੰਦੀ ਹੈ, ਮੈਨੂੰ ਬਸ ਸਿਖਾਓ। ਬਟ ਇਹ ਹੈ ਕਿ ਨਹੀਂ, ਉਹ ਕਦੀ ਵੀ ਉਹ ਸਬੱਬ ਨਹੀਂ ਬਣਿਆ। ਪਰ ਰੱਬ ਨੂੰ ਪਤਾ ਸੀਗਾ ਮੇਰੀ ਬੱਚੀ ਇਹ ਬਹੁਤ ਜ਼ਿੱਦੀ ਆ, ਇਹਨੇ ਜਿੱਦ ਨਹੀਂ ਛੱਡਣੀ। ਮੈਂ ਬਾਹਰ ਜਦੋਂ ਸਲੋਲੀ ਜਦੋਂ ਆਪਾਂ ਪਾਰਟੀਸਪੇਟ ਕਰਦੇ ਸੀਗੇ ਫੰਕਸ਼ਨਸ ਵਿੱਚ, ਸਕੂਲ ਵਿੱਚ, ਉਹ ਮੈਂ ਕਦੀ ਨਹੀਂ ਛੱਡੇ। ਅਤੇ ਫਿਰ ਜਦੋਂ ਮੈਂ ਅੰਮ੍ਰਿਤਸਰ ਗਈ ਹਾਂ, ਪੜ੍ਹੀ ਹਾਂ ਉੱਥੇ ਮੈਂ ਹੈ ਨਾ, BBKDB ਕਾਲਜ, ਉੱਥੇ ਮੈਂ ਸਿੰਗਿੰਗ ਕਰਦੀ ਰਹੀ ਹਾਂ। ਲਾਈਕ ਇਹ ਹੁੰਦਾ ਸੀ ਕਿ ਮੈਂ ਕਦੀ ਵੀ ਗਿਵ ਅਪ ਨਹੀਂ ਕੀਤੀਆਂ ਆਪਣੀ ਫੀਲਿੰਗਸ, ਕਿ ਬਾਬਾ ਜੀ ਨੇ ਪਾਤੀਆਂ ਅਤੇ ਦੈਟਸ ਇਟ, ਉਹਨੂੰ ਮੈਂ ਛੱਡਦਾ ਨੋ। ਸੋ ਮੈਨੂੰ ਇੱਦਾਂ ਲੱਗਦਾ ਕਿ ਅਗਰ ਮੈਂ ਨਿਊ ਜਨਰੇਸ਼ਨ ਨੂੰ ਵੀ ਇਹ ਮੋਟੀਵੇਟ ਕਰਾਂ ਇਸ ਚੀਜ਼ ਨੂੰ। ਇਸੇ ਸਵਾਲ ਤੇ ਆਉਣ ਲੱਗਾ ਸੀ, ਕਿਉਂਕਿ ਆਪਣੇ ਪੰਜਾਬ ਦੀ ਗੱਲ ਕਰੀਏ, ਅਕਸਰ ਉਹ ਕੁੜੀਆਂ ਨੂੰ ਇਸ ਖੇਤਰ ਤੋਂ ਆਉਣ ਲਈ ਰੋਕਦੇ ਆ ਜਾਂ ਵਰਜਦੇ ਆ ਵੀ ਨਹੀਂ ਇਹ ਖੇਤਰ ਠੀਕ ਨਿਗਾ। ਤੁਸੀਂ ਉਹਨਾਂ ਮਾਪਿਆਂ ਨੂੰ ਜਾਂ ਉਹ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਤਾਂ ਜੋ ਇਸ ਖੇਤਰ ਵੱਲ ਆਉਣ ਲਈ ਉਤਸ਼ਾਹਿਤ ਹੋਣ? ਸਰ ਮੈਂ ਦੱਸਾਂ ਤੇ ਕੁੜੀਆਂ ਦੀ ਸੱਚੀ ਮੈਂ ਬਹੁਤ ਸਪੋਰਟ ਕਰਦੀ ਹਾਂ। ਉਸੇ ਵਿਸ਼ੇ 'ਤੇ ਹੀ ਮੈਂ ਸ਼ਾਇਦ ਬੁੱਕ ਲਿਖ ਰਹੀ ਹਾਂ, ਹੋ ਸਕੇ ਤਾਂ ਸਪੈਸ਼ਲ ਕੁੜੀਆਂ ਲਈ ਵੀ ਲਿਖੂੰਗੀ, ਬਟ ਮੈਂ ਨਿਊ ਯੂਥ ਲਈ ਇਹ ਲਿਖ ਰਹੀ ਹਾਂ ਕਿ ਤੁਸੀਂ ਅਗਰ ਆਪਣੇ ਮਨ ਵਿੱਚ ਇਹ ਰੱਖਦੇ ਹੋ ਨਾ ਕਿ ਆਹ ਚੀਜ਼ ਮੈਂ ਕਰਨੀ ਆ, ਆਈ ਹੈਵ ਟੂ ਡੂ, ਸੋ ਯੂ ਸ਼ੁੱਡ ਵਰਕ ਹਾਰਡ। ਤੁਸੀਂ ਅਗਰ ਥੋੜ੍ਹਾ ਜਿਹਾ ਵੀ ਚੱਲਦੇ ਹੋ ਨਾ, ਤੇ ਰੱਬ ਤੁਹਾਨੂੰ ਮੰਜ਼ਿਲ ਕਿਤੇ ਨਾ ਕਿਤੇ ਦਿਖਾਈ ਦਿੰਦਾ ਹੈ। ਪਹਿਲੇ ਕਿਉਂਕਿ ਧੁੰਦਲੀ ਦਿਖਾਈ ਦਿੰਦੀ ਆ, ਬਟ ਤੁਸੀਂ ਕਦੀ ਗਿਵ ਅਪ ਨਾ ਕਰੋ ਹੈ ਨਾ। ਅਤੇ ਮੈਂ ਬਹੁਤ ਵੱਡੀ ਐਗਜ਼ਾਮਪਲ ਹੈ ਤੁਹਾਡੇ ਸਾਹਮਣੇ ਕਿ ਜੋ ਪਿੰਡ ਦੀ ਕੁੜੀ ਹੈ, ਉੱਠ ਕੇ ਕੈਨੇਡਾ ਤੱਕ ਜਦੋਂ ਪਹੁੰਚਦੀ ਆ ਨਾ, ਉਹ ਚਲੋ ਮੈਂ ਆਪਣੀ ਮਿਹਨਤ ਨਾਲ ਪਹੁੰਚਦੀ ਹਾਂ ਇੱਥੇ, ਆਈ ਕੇਮ ਹੇਅਰ ਲਾਈਕ ਡਾਇਰੈਕਟ PR, ਬਟ ਮੈਨੂੰ ਇੱਦਾਂ ਸੀਗਾ ਕਿ ਨਹੀਂ, ਮੈਂ ਇੱਥੇ ਕੰਮ ਕਰਨ ਲਈ ਨਹੀਂ ਆਈ ਹਾਂ। ਬਾਬਾ ਜੀ ਨੇ ਜੋ ਮੈਨੂੰ ਦਿੱਤਾ ਆ, ਜੋ ਮੇਰੇ ਅੰਦਰ ਪਾਵਰ ਦਿੱਤੀ ਆ, ਮੈਂ ਉਹਨੂੰ ਕਦੀ ਗਿਵ ਅਪ ਨਹੀਂ ਕਰਨਾ। ਅਤੇ ਨਿਊ ਜਨਰੇਸ਼ਨ ਨੂੰ ਮੈਂ ਇਹ ਕਹਿੰਦੀ ਹਾਂ ਕਿ ਜੇ ਤੁਸੀਂ ਕੁਛ ਬਣਨਾ ਚਾਹੁੰਦੇ ਹੋ ਨਾ, ਤੁਸੀਂ ਹਮੇਸ਼ਾ ਵਰਕ ਹਾਰਡ ਕਰਦੇ ਚਲੋ, ਚਲਦੇ ਚਲੋ, ਅਤੇ ਕਿਤੇ ਨਾ ਕਿਤੇ ਕੋਈ ਸ਼ਖਸੀਅਤ ਤੁਹਾਨੂੰ, ਜਿੱਦਾਂ ਕਿ ਮੈਨੂੰ ਬਾਬਾ ਜੀ ਨੇ ਜਸਵੀ ਗੁਣਾਚਾਰੀਆ ਸਰ ਜੀ ਦੇ ਜਿੱਦਾਂ ਨਾ ਮਿਲਾਇਆ, ਸੋ ਤੁਹਾਨੂੰ ਕੋਈ ਨਾ ਕੋਈ ਬਾਂਹ ਫੜਨ ਵਾਲਾ ਤੁਹਾਡਾ ਕੋਈ ਨਾ ਕੋਈ ਆ ਹੀ ਜਾਂਦਾ ਆ। ਬਟ ਇਹ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਆਪਾਂ ਕੁਛ ਨਹੀਂ ਆ ਹੈ ਨਾ। ਕੁੜੀਆਂ ਵਿੱਚ ਬਹੁਤ ਪਾਵਰ ਹੈ, ਉਹ ਸਭ ਕੁਛ ਕਰ ਸਕਦੀਆਂ ਜੋ ਅੱਜ ਕੱਲ੍ਹ ਮੁੰਡੇ ਇਸ ਫੀਲਡ 'ਚ ਕਰ ਰਹੇ ਆ। ਵਾਈ ਸ਼ੁੱਡ ਬॉयਜ਼ ਓਨਲੀ? ਆਪਾਂ ਸਾਡੇ ਵਿੱਚ ਬਹੁਤ ਪਾਵਰ ਹੈ, ਬਟ ਸਿਰਫ ਜ਼ਰੂਰਤ ਹੈਗੀ ਆ ਤੁਹਾਨੂੰ ਕੁਛ ਆਪਣੇ ਆਪ ਵਿੱਚ ਹਿੰਮਤ ਲਿਆਉਣ ਦੀ, ਇਹ ਸੋਚਣ ਦੀ ਕਿ ਨਹੀਂ, ਸਭ ਕੁਛ ਪੋਸੀਬਲ, ਐਵਰੀਥਿੰਗ ਇਜ਼ ਪੋਸੀਬਲ ਇਨ ਦਿਸ ਵਰਲਡ, ਨਥਿੰਗ ਇਜ਼ ਇੰਪੋਸੀਬਲ। ਫਿਲਮੀ ਖੇਤਰ ਦਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਜੀ? ਓ ਮਾਈ ਗॉड, ਫਿਲਮੀ ਖੇਤਰ 'ਤੇ ਸਰ ਮੇਰੇ ਲਈ ਬਹੁਤ ਵਧੀਆ ਸੀਗਾ ਹੈ ਨਾ ਐਕਸਪੀਰੀਅੰਸ, ਕਿਉਂਕਿ ਮੇਰੀ ਫਸਟ ਮੂਵੀ ਸੀਗੀ। ਉਹ ਤੋਂ ਪਹਿਲਾਂ ਵੀ ਮੈਂ ਸਲੂਕ ਕਰਕੇ ਆਈ ਹਾਂ, ਹਾਫ ਮੂਵੀ ਪੰਜਾਬ ਵਿੱਚ, ਅਤੇ ਹਾਫ ਮੂਵੀ ਵੱਡਾ ਘਰ ਦਾ ਵੀ ਆਪਾਂ ਪਾਰਟ ਕੀਤਾ ਸੀ ਪੰਜਾਬ ਵਿੱਚ। ਅਤੇ ਬਾਕੀ ਜੋ ਇੱਥੇ ਸੀਗਾ, ਵੀ ਡਿਡ ਫਨ ਟੂਗੈਦਰ, ਆਪਾਂ ਬਹੁਤ ਮਤਲਬ ਮੈਂ ਸਿੱਖਣ ਨੂੰ ਮਿਲਿਆ ਮਹਿੰਦੀ ਟੱਕਰ ਜੀ ਤੋਂ, ਸਰਦਾਰ ਸੋਈ ਨੂਰੀ ਜੀ ਤੋਂ, ਸੋ ਆਪਾਂ ਟੂਗੈਦਰ ਵਰਕ ਕੀਤਾ। ਸੋ ਮੇਰੀ ਲਾਈਫ ਦਾ ਇੱਕ ਬਹੁਤ ਵੱਡਾ ਐਕਸਪੀਰੀਅੰਸ ਸੀਗਾ, ਅਤੇ ਮੈਂ ਉਹਨੂੰ ਕੰਟੀਨਿਊ ਆਪਣੀ ਲਾਈਫ ਵਿੱਚ ਜੋ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲੀਆਂ, ਮੈਂ ਉਹਨਾਂ ਨੂੰ ਹਮੇਸ਼ਾ ਯਾਦ ਰੱਖੂੰਗੀ ਕਿ ਮੈਨੂੰ ਸੀਨੀਅਰਸ ਤੋਂ ਕੀ ਸਿੱਖਣ ਨੂੰ ਮਿਲ ਰਿਹਾ। ਸੋ ਆਈ ਥਿੰਕ ਜੋ ਤੁਹਾਨੂੰ ਮਿਲਦਾ ਹੈ ਤੁਸੀਂ ਪ੍ਰਸ਼ਾਦ ਸਮਝ ਕੇ ਰੱਖ ਲਓ ਉਹਨੂੰ ਹੈ ਨਾ। ਅਤੇ ਸੋ ਇਹੀ ਤੁਹਾਡਾ ਵੱਡਪਨ ਹੁੰਦਾ ਸ਼ਾਇਦ ਵੱਡਿਆਂ ਲਈ, ਕਿ ਤੁਸੀਂ ਉਹਨੂੰ ਭੁੱਲਦੇ। ਦੀਪ ਵੀਰੇ ਗਾਣੇ ਦੇ ਬੋਲ ਸਾਂਝੇ ਕਰਦੇ ਹੋ? ਸਭ ਤੋਂ ਪਹਿਲਾਂ ਮੈਂ ਕਹਾਂ ਕਿ ਦੀਪ ਵੀਰਿਆ ਗਾਣਾ ਜਿਹੜਾ ਹੈ, ਕਿ ਮੈਂ ਜਦੋਂ ਲਿਖਿਆ ਸੀਗਾ ਨਾ, ਬਹੁਤ ਦੁਖਦਾਇਕ ਉਦੋਂ ਘਟਨਾ ਹੋਈ ਸੀਗੀ ਹੈ ਨਾ, ਅਤੇ ਮੈਨੂੰ ਕਿਸੇ ਦਾ ਫੋਨ ਆਉਂਦਾ ਹੈ ਕਿ ਤੁਸੀਂ ਇਹਨਾਂ 'ਤੇ ਕੁਛ ਲਿਖੋ ਹੈ ਨਾ, ਅਤੇ ਮੈਨੂੰ ਇੰਨਾ ਪਤਾ ਵੀ ਨਹੀਂ ਸੀਗਾ ਹੈ ਨਾ, ਕਿਉਂਕਿ ਇੱਥੇ ਕੈਨੇਡਾ ਵਿੱਚ ਵੀ ਬਹੁਤ ਅਨਸ਼ਨ ਚੱਲ ਰਿਹਾ ਸੀ ਉਸ ਚੀਜ਼ ਦਾ ਹੈ ਨਾ, ਧਰਨੇ ਲੱਗ ਰਹੇ ਸੀਗੇ, ਸ਼ਾਇਦ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਉਸ ਚੀਜ਼ ਵਿੱਚ ਹੈ ਨਾ, ਕਿਸਾਨਾਂ ਵੱਲੋਂ ਜਦੋਂ ਚੱਲ ਰਿਹਾ ਸੀਗਾ। ਅਤੇ ਮੈਂ ਫਿਰ ਉਹਨਾਂ ਲਈ ਕੁਛ ਲਿਖਿਆ ਸੀਗਾ, ਅੱਜ ਫੇਰ ਰੋਈ ਤੀ ਪੰਜਾਬ ਦੀ ਦੀਪ ਵੀਰਿਆ, ਅੱਜ ਫੇਰ ਰੋਈ ਤੀ ਪੰਜਾਬ ਦੀ ਦੀਪ ਵੀਰਿਆ, ਜਗ ਰੋਸ਼ਨ ਕਰਕੇ ਟੁੱਟ ਗਿਆ ਤੂੰ ਹੀਰਿਆ,
ਅੱਜ ਫਿਰ ਰੋਈ ਤੀ ਪੰਜਾਬ ਦੀ ਦੀਪ ਵੀਰਿਆ, ਅੱਜ ਫਿਰ ਰੋਈ ਤੀ ਪੰਜਾਬ ਦੀ ਦੀਪ ਵੀਰਿਆ। ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਲਾਈਨਾਂ ਬੋਲੀਆਂ ਤੁਸੀਂ। ਅੱਛਾ, ਮੈਨੂੰ ਜਿਹੜੀਆਂ ਫਿਲਮਾਂ ਤੁਹਾਡੀਆਂ ਰਿਲੀਜ਼ ਹੋਣ ਵਾਲੀਆਂ, ਜਾਣੀ ਕਿ ਨੈਕਸਟ ਜਿਹੜੇ ਸਿਨੇਮੇ ਘਰਾਂ ਦਾ ਸ਼ਿੰਗਾਰ ਬਣ ਜਾ ਰਹੀਆਂ ਆ, ਉਹ ਫਿਲਮਾਂ ਬਾਰੇ ਦੱਸੋ। ਇਸ ਫਿਲਮ ਦੇ ਪ੍ਰੋਡਿਊਸਰ ਜਿਨ੍ਹਾਂ ਨੇ ਪੂੰਜੀ ਨਿਵੇਸ਼ ਕੀਤੀ ਆ, ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸੋ। ਹਾਂਜੀ, ਸਲੂਕ ਮੂਵੀ ਦੀ ਗੱਲ ਕਰਾਂ ਤੇ ਉਹ ਸਾਡੇ ਬਹੁਤ ਸਤਿਕਾਰਯੋਗ ਜਸਵੀਰ ਗੁਨਾਚੋਰੀਆ ਸਰ ਜੀ ਸਕਾਈਬੀਟ ਦੇ ਪ੍ਰੋਡਿਊਸਰ ਹੈਗੇ ਆ, ਜੈ ਸੋਜਲਾ ਜੀ, ਨਵਦੀਪ ਸ਼ਰਮਾ ਸਰ ਜੀ। ਸੋ ਇਹਨਾਂ ਦੇ ਪ੍ਰੋਡਕਸ਼ਨ ਹੈਗੀ ਆ, ਤੇ ਜਿਹੜੀ ਦੂਸਰੀ ਜਸਵੀਰ ਗੁਨਾਚੋਰੀਆ ਪ੍ਰੋਡਕਸ਼ਨ ਦੇ ਵਿੱਚ ਹੈਗੇ ਆ, ਜਸਵੀਰ ਗੁਨਾਚੋਰੀਆ ਜੀ ਖੁਦ ਨੇ, ਤੇ ਲਾਡੀ ਵੀਰ ਜੀ ਨੇ, ਤੇ ਮਨਿੰਦਰ ਵੀਰ ਜੀ, ਰੋਬੀ ਵੀਰ ਜੀ ਜਿਨ੍ਹਾਂ ਨੂੰ ਕਹਿੰਦੇ ਆ। ਸੋ ਇਹਨਾਂ ਦਾ ਵੱਡਾ ਘਰ ਇਹਨਾਂ ਤੇ ਇਹਨਾਂ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਆ। ਸੋ ਮੈਂ ਬਹੁਤ ਲੱਕੀ ਹਾਂ ਕਿ ਮੈਂ 2 ਮੂਵੀਆਂ ਵਿੱਚ ਜਸਵੀਰ ਗੁਨਾਚੋਰੀਆ ਸਰ ਜੀ ਦੇ ਨਾਲ ਇਹਨਾਂ ਦੀ ਪ੍ਰੋਡਕਸ਼ਨ ਵਿੱਚ ਹੀ ਕੰਮ ਕੀਤਾ। ਤਾਂ ਮੈਂ ਮੇਰੇ ਵਰਗਾ ਕੋਈ ਭਾਗੀਦਾਰ ਮੈਂ ਆਪਣੇ ਆਪ ਨੂੰ ਨਹੀਂ ਸਮਝਦੀ ਹਾਂ, ਸੀਰੀਅਸਲੀ ਬਹੁਤ ਭਾਗੀਦਾਰ ਸਮਝਦੀ ਹਾਂ ਆਪਣੇ ਆਪ ਨੂੰ। ਵਾਹ ਜੀ ਵਾਹ। ਆਉਣ ਵਾਲੇ ਪ੍ਰੋਜੈਕਟਾਂ ਦੀ ਜੇ ਗੱਲ ਕਰਨੀ ਹੋਵੇ, ਆਉਣ ਵਾਲੇ ਪ੍ਰੋਜੈਕਟਾਂ ਦੀ, ਹਾਂਜੀ ਡੈਫੀਨੇਟਲੀ ਮੂਵੀਜ਼ 'ਤੇ ਕੰਮ 'ਤੇ ਚੱਲ ਰਿਹਾ, ਤੇ ਸਟੋਰੀਜ਼ ਵੀ ਬਹੁਤ ਅੱਛੀਆਂ ਜਸਵੀਰ ਸਰ ਜੀ ਲਿਖ ਰਹੇ ਨੇ। ਸ਼ਾਇਦ ਸਾਡੀ ਡਿਸਕਸ ਵੀ ਹੁੰਦੀ ਆ, ਕਿਉਂਕਿ ਇੱਕ ਮੈਂ ਵੀ ਮੂਵੀ ਲਿਖੀ ਹੋਈ ਹੈ, ਸਰ ਜੀ ਨਾਲ ਮੈਂ ਡਿਸਕਸ ਕਰਾਂਗੀ ਜ਼ਰੂਰ। ਸਰ ਕਹਿੰਦੇ ਆਪਾਂ ਉਹਨੂੰ ਵੀ ਰੂਪ ਦੇਵਾਂਗੇ। ਸੋ ਮੈਂ ਬਹੁਤ ਲੱਕੀ ਹੋਵਾਂਗੀ ਜੇ ਉਹਨੂੰ ਮੂਵੀ ਨੂੰ ਵੀ ਰੂਪ ਮਿਲਦਾ ਆ। ਤੇ ਆਉਣ ਵਾਲੇ ਜਸਟ ਵੱਡਾ ਘਰ ਨੂੰ ਤੁਸੀਂ ਬਹੁਤ ਪਿਆਰ ਦੇਵੋਗੇ, ਮੈਨੂੰ ਪੂਰੀ ਆਸ ਹੈ। ਤੇ ਸਲੂਕ ਮੂਵੀ ਨੂੰ ਵੀ ਤੁਸੀਂ ਬਹੁਤ ਪਿਆਰ ਦੇਵੋਗੇ। ਇਹਦੇ ਵਿੱਚ ਕਮਲ ਖੰਗੂਰਾ ਹੈ ਤੇ ਕਮਲ ਖੰਗੂਰਾ ਤੇ ਪਿੰਦਾ ਔਜਲਾ ਆ ਮੇਰੇ ਗੈਸਟ। ਸੋ ਆਪਾਂ ਤਿੰਨਾਂ ਨੇ ਇਸ ਮੂਵੀ ਵਿੱਚ ਕੰਮ ਕੀਤਾ ਆ, ਤੇ ਬਹੁਤ ਜਲਦੀ ਹੀ ਤੁਹਾਡੇ ਸਾਹਮਣੇ ਆਈ ਥਿੰਕ ਐਂਡ ਆਫ ਦਾ ਈਅਰ ਲੈ ਕੇ ਆਵਾਂਗੇ ਮੂਵੀ ਹੈ। ਠੀਕ ਹੈ। ਹਾਂਜੀ, ਅਖੀਰ ਦੇ ਵਿੱਚ ਜਗਬਾਣੀ ਦੇ ਦਰਸ਼ਕਾਂ ਨੂੰ ਕੋਈ ਮੈਸੇਜ, ਸੁਨੇਹਾ? ਬਸ ਮੈਂ ਹੀ ਕਹੂੰਗੀ ਕਿ ਮੈਂ ਬਹੁਤ ਆਪਣੇ ਆਪ ਨੂੰ ਲੱਕੀ ਫੀਲ ਕਰ ਰਹੀ ਹਾਂ ਕਿ ਮੈਂ ਤੁਹਾਡੇ ਨਾਲ ਇੱਥੇ ਇੰਟਰਵਿਊ ਕਰ ਰਹੀ ਹਾਂ ਨਾ, ਕਿਉਂਕਿ ਇਹ ਛੋਟੀ ਚੀਜ਼ ਨਹੀਂ। ਜਦੋਂ ਤੁਹਾਡੀ ਇੰਟਰਵਿਊ ਉਦੋਂ ਲਈ ਜਾਂਦੀ ਹੈ ਜਦੋਂ ਤੁਸੀਂ ਕੁਝ ਬਣਦੇ ਹੋ, ਰਾਈਟ? ਸੋ ਇੱਕ ਤੁਸੀਂ ਬਣਦੇ ਹੋ, ਫੇਮਸ ਹੁੰਦੇ ਹੋ, ਇੱਕ ਤੁਸੀਂ ਆਪਣੇ ਆਪ ਨੂੰ ਤੁਹਾਡਾ ਕੋਈ ਮਜ਼ਾਕ ਕਰ ਰਿਹਾ ਇਸ ਲਈ ਤੁਸੀਂ ਫੇਮਸ ਹੋ ਰਹੇ ਹੋ, ਇੱਕ ਤੁਸੀਂ ਬਹੁਤ ਅੱਛੇ ਇੱਕ ਕਿਰਦਾਰ ਨਿਭਾ ਰਹੇ ਹੋ, ਇੱਕ ਤੁਸੀਂ ਇੱਕ ਅਸ਼ਲੀਲ ਚੀਜ਼ ਹੁੰਦੀ ਹੈ ਤੁਸੀਂ ਉੱਦਾਂ ਫੇਮਸ ਹੋ ਰਹੇ ਹੋ, ਰਾਈਟ? ਮੇਰਾ ਕਹਿਣ ਦਾ ਮਤਲਬ ਕਿ ਡਿਫਰੈਂਟ ਚੀਜ਼ ਹੁੰਦੀ ਆ ਕਿ ਤੁਸੀਂ ਫੇਮਸ ਕਿਸ ਤਰੀਕੇ ਨਾਲ ਹੋ ਰਹੇ ਹੋ, ਰਾਈਟ? ਬਾਕੀ ਰਹੀ ਗੱਲ ਇਸ ਲਾਈਨ 'ਚ ਤਾਂ ਬਹੁਤ ਕੁਛ ਹੈਗਾ ਕਿ ਤੁਸੀਂ ਕਿੱਦਾਂ ਫੇਮਸ ਹੋ ਰਹੇ ਹੋ, ਅਤੇ ਮੈਂ ਆਪਣੇ ਆਪ ਨੂੰ ਲੱਕੀ ਫੀਲ ਕਰਦੀ ਹਾਂ ਇੰਨਾ ਜ਼ਿਆਦਾ ਕਿ ਬਾਬਾ ਜੀ ਨੇ ਅਗਰ ਮੈਨੂੰ ਇਸ ਲਾਈਨ 'ਚ ਲੈ ਕੇ ਆਇਆ ਤਾਂ ਮੈਂ ਬਹੁਤ ਰਿਸਪੈਕਟਫੁਲ ਤਰੀਕੇ ਨਾਲ ਇੱਕ ਆਪਣੀਆਂ ਕਿਤਾਬਾਂ ਨੂੰ ਜੋੜਦੀ ਹੋਈ ਨਾਲ ਮੈਂ ਅਗਰ ਇਸ ਲਾਈਨ ਵਿੱਚ ਤੁਰਦੀ ਹਾਂ ਅਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਲੱਕੀ ਫੀਲ ਕਰਦੀ ਹਾਂ। ਸਪੈਸ਼ਲੀ ਜਸਵੀਰ ਗੁਨਾਚੋਰੀਆ ਸਰ ਜੀ ਨਾਲ ਕੰਮ ਕਰਕੇ ਆਪਣੇ ਪੇਰੈਂਟਸ ਦਾ ਨਾਮ ਜਦ ਰੋਸ਼ਨ ਕਰਾਂਗੀ, ਅਤੇ ਮੈਂ ਆਪਣੇ ਪਿੰਡ ਨੂੰ ਵੀ, ਆਪਣੇ ਪਿੰਡ ਦੀਆਂ ਕੁੜੀਆਂ ਨੂੰ ਵੀ ਇਹੀ ਕਹਾਂਗੀ ਕਿ ਬਸ ਆਪਣੇ ਆਪ ਵਿੱਚ ਹਿੰਮਤ ਰੱਖੋ, ਤੁਸੀਂ ਹਰ ਕੰਮ ਨੂੰ ਬਹੁਤ ਸ਼ਿੱਦਤ ਨਾਲ ਕਰਦੇ ਜਾਵੋ, ਅਤੇ ਆਈ ਥਿੰਕ ਬਾਬਾ ਜੀ ਹਮੇਸ਼ਾ ਤੁਹਾਡਾ ਸਾਥ ਦੇਣਗੇ। ਅਤੇ ਜਗਬਾਣੀ ਵੱਲੋਂ ਮੈਂ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਮੈਂ ਤੁਹਾਡੇ ਨਾਲ ਖੜੀ ਹੋ ਕੇ ਇੰਟਰਵਿਊ ਕਰ ਰਹੀ ਹਾਂ, ਅਤੇ ਮੈਂ ਬਹੁਤ ਆਪਣੇ ਆਪ ਨੂੰ ਲੱਕੀ ਫੀਲ ਕਰ ਰਹੀ ਹਾਂ। ਥੈਂਕ ਯੂ ਸੋ ਮਚ ਸਰ। ਵਾਹ ਜੀ ਵਾਹ। ਸੋ ਅਗਲੀ ਮੁਲਾਕਾਤ ਹੋਵੇਗੀ ਕਿਸੇ ਹੋਰ ਸ਼ਖਸੀਅਤ ਦੇ ਨਾਲ, ਕੈਮਰਾਮੈਨ ਮਨਮੋਹਨ ਦੇ ਨਾਲ। ਥੈਂਕ ਯੂ।